ਰਹਿਮਤ ਬਖਸ਼ਿਸ਼ ਹੋਈ ਹੈ। ਮਾਲਕ ਜੀ ਨੇ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਮਿਲੇ ਹੋਏ ਸਤ ਸੰਗਤ ਦੇ ਸਮੇਂ ਨੂੰ ਗੁਰੂ ਬਾਬੇ ਦੇ ਗੁਣ ਗਾ ਕਰ ਮਾਲਕ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਪੜ੍ਹ ਸੁਣ ਸਮਝ ਵਿਚਾਰ ਮਨ ਕਰ ਸਮੇਂ ਸਵਾਸਾਂ ਨੂੰ ਸਫਲੀਆਂ ਬਣਾਉਣ ਦਾ ਯਤਨ ਕਰੀਏ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਮੁਬਾਰਕ ਸ਼ਬਦ, ਜਿਨ੍ਹਾਂ ਦੀ ਆਪਾਂ ਰਲ ਮਿਲ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਗੁਰੂ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਗੌੜੀ ਰਾਗ ਅੰਦਰ ਸ਼ਬਦਾਂ ਦਾ ਉਚਾਰਨ ਕੀਤਾ। ਜਿਸ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜ ਰਹੇ ਹਾਂ, ਮਹਾਰਾਜ ਜੀ ਨੇ ਪਾਵਨ ਸ਼ਬਦ ਦੇ ਅੰਦਰ ਇੱਕ ਵਸੇ ਹੋਏ ਕੁਦਰਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਾਇਨਾਤ ਕੁਦਰਤ ਦਾ ਜੋ ਖਿਆਲ ਹੈ ਉਹ ਸਾਡੇ ਸਨਮੁਖ ਰੱਖਿਆ ਕਿ ਹੇ ਭਲੇ ਇਨਸਾਨ, ਜਿਹੜਾ ਘਟ ਘਟ ਦੇ ਵਿੱਚ ਵਸਿਆ ਹੋਇਆ ਰੱਬ ਪਰਮੇਸ਼ਰ ਹੈ, ਉਸ ਦੀ ਸੋਝੀ ਕਿਸ ਨਾਲ ਮਿਲ ਕੇ ਹੁੰਦੀ ਹੈ। ਕਿਵੇਂ ਅੰਦਰ ਵਸੇ ਹੋਏ ਰੱਬ ਨੂੰ ਮਹਿਸੂਸ ਅਹਿਸਾਸ ਜਿਹੜਾ ਹੈ ਕਹਿ ਲਓ ਕੀਤਾ ਜਾਂਦਾ ਹੈ। ਗੁਰੂ ਬਾਬਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਬਚਨ ਕੀਤੇ, ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਔਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਸਾਹਿਬ ਜੀ ਬੜਾ ਪਿਆਰਾ ਬਚਨ ਕਰਦੇ, ਕਹਿੰਦੇ ਰਾਮ ਗੁਰਮਤਿ ਹਰਿ ਲਿਵ ਲਾਗੇ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਵਸੇ ਹੋਏ ਰੱਬ ਜੀ, ਗੁਰੂ ਨਾਲ ਮਿਲ ਕੇ ਗੁਰੂ ਦੀ ਮੱਦ ਲੈ ਕੇ ਹੀ ਮੇਰੀ ਲਿਵ ਜੁੜਦੀ ਹੈ ਤੇਰੇ ਨਾਲ। ਗੁਰਮਤਿ ਹਰਿ ਲਿਵ ਲਾਗੇ। ਜਿਵੇਂ ਜਿਵੇਂ ਮੈਂ ਗੁਰੂ ਕੋਲੋਂ ਮੱਤ ਲੈਣਾ ਹਾਂ, ਗੁਰੂ ਦੀ ਅਕਲ ਦੁਆਰਾ ਤੇਰੇ ਮਾਰਗ ਤੇ ਚੱਲਦਾ ਹਾਂ, ਤੇਰੇ ਨਾਲ ਲਿਵ ਜੁੜਦੀ ਹੈ। ਅੰਦਰ ਹੋਰ ਚਾਅ ਪੈਦਾ ਹੁੰਦਾ ਹੈ ਕਿ ਮੈਂ ਤੇਰੇ ਨਾਲ ਜੁੜਿਆ ਰਹਾਂ, ਹਰ ਸਮੇਂ ਜੁੜਿਆ ਰਹਾਂ ਤੇ ਤੇਰੇ ਗੁਣ ਗਾਉਂਦਾ ਰਹਾਂ। ਪਿਛਲੇ ਦੀਵਾਨਾਂ ਅੰਦਰ ਵੀ ਆਪਾਂ ਸਰਵਣ ਕੀਤਾ ਕਿ ਸੱਚਮੁੱਚ ਜਦੋਂ ਬੰਦੇ ਦੇ ਅੰਦਰ ਪ੍ਰਭੂ ਪ੍ਰਤੀ, ਰੱਬ ਪ੍ਰਤੀ, ਅੱਲਾ ਖੁਦਾ ਗੋਡ ਵਾਹਿਗੁਰੂ ਪ੍ਰਤੀ ਲਾਲਸਾ ਪੈਦਾ ਹੁੰਦੀ ਹੈ, ਤਾਂ ਹੀ ਬੰਦਾ ਉਸ ਦੀ ਲਾਲਸਾ ਦੇ ਕਾਰਨ ਉਸ ਦਾ ਸਿਮਰਨ ਕਰਦਾ, ਭਾਵ ਉਸ ਨੂੰ ਯਾਦ ਕਰਦਾ ਹੈ। ਯਾਦ ਕਰਨਾ ਹੀ ਅਸਲ ਵਿੱਚ ਸਿਮਰਨ ਹੈ। ਰੱਬ ਦਾ ਸਿਮਰਨ ਕੀ ਹੈ? ਉਹਨੂੰ ਯਾਦ ਕਰਨਾ। ਤੇ ਯਾਦ ਕਿਵੇਂ ਕੀਤਾ ਜਾਂਦਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਰੱਬ ਨੂੰ ਯਾਦ ਕਿਵੇਂ ਕਰਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਖਾਉਂਦੀ ਹੈ ਜੀ, ਔਰ ਆਖਦੀ ਹੈ
ਹਵਾ ਵੀ ਰੱਬ ਨੂੰ ਯਾਦ ਕਰਦੀ ਹੈ, ਪਾਣੀ ਵੀ ਰੱਬ ਨੂੰ ਯਾਦ ਕਰਦਾ ਹੈ। ਜਿੰਨੀ ਬਨਸਪਤੀ ਸਾਨੂੰ ਨਜ਼ਰ ਆਉਂਦੀ ਹੈ, ਜਿੰਨਾ ਬ੍ਰਹਿਮੰਡ ਸਾਨੂੰ ਨਜ਼ਰ ਆਉਂਦਾ ਏ ਨਾ, ਇਹ ਸਾਰਾ ਹੀ ਰੱਬ ਨੂੰ ਯਾਦ ਕਰਦਾ, ਭਾਵ ਰੱਬ ਦਾ ਸਿਮਰਨ ਕਰਦਾ, ਰੱਬ ਦੇ ਗੁਣ ਗਾਉਂਦਾ ਹੈ। ਗੁਰੂ ਕੋਲੋਂ ਪੁੱਛੀਏ ਵੀ ਹਵਾ ਪਾਣੀ ਇਹ ਸਾਰਾ ਜੋ ਕੁਝ ਸਾਨੂੰ ਦਿਸ ਰਿਹਾ, ਇਹ ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ, ਕਿਵੇਂ ਉਹਦਾ ਸਿਮਰਨ ਕਰਦਾ। ਤੇ ਮੇਰੇ ਬਾਬੇ ਨੇ ਆਖਿਆ, ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਵਿੱਚ ਚੱਲਣਾ ਹੀ ਉਸ ਨੂੰ ਯਾਦ ਕਰਨਾ ਹੈ। ਉਹਨੂੰ ਮੰਨ ਕੇ ਚੱਲਣਾ, ਉਹਦੀ ਰਜ਼ਾ ਵਿੱਚ ਚੱਲਣਾ, ਉਹੀ ਉਸ ਦਾ ਸਿਮਰਨ ਹੈ। ਜੋ ਕੁਝ ਉਸਨੇ ਮੈਨੂੰ ਦਿੱਤਾ, ਆ ਦੇਹੀ ਦਿੱਤੀ ਹੈ, ਦੇਹੀ ਦੇ ਰਾਹੀਂ ਮੈਂ ਉਸ ਗੋਬਿੰਦ ਨੂੰ ਧਿਆਉਂਦਾ ਹਾਂ ਤੇ ਉਹਦਾ ਸਿਮਰਨ ਹੈ। ਭਾਵ ਕਿ ਇਸ ਦੇਹੀ ਨੂੰ ਮੈਂ ਉਸ ਦੇ ਮੁਤਾਬਕ ਗੁਜ਼ਾਰਦਾ ਨਾ, ਮਿਲੀ ਹੋਈ ਜ਼ਿੰਦਗੀ ਨੂੰ ਗੁਰਬਾਣੀ ਦੇ ਮੁਤਾਬਕ ਗੁਜ਼ਾਰਦਾ, ਤੇ ਇਹਦਾ ਮਤਲਬ ਕੀ ਹੈ ਵੀ ਮੈਂ ਉਸ ਦਾ ਸਿਮਰਨ ਕਰ ਰਿਹਾ। ਬੰਦੇ ਅੱਜ ਗੁਰੂ ਦੀ ਮਰਿਆਦਾ ਨੂੰ, ਗੁਰੂ ਦੀ ਗੱਲ ਨੂੰ, ਗੁਰੂ ਦੀ ਮੱਤ ਨੂੰ ਮੰਨਦੇ ਨਹੀਂ, ਪਰ ਸਿਮਰਨ ਕਰਦੇ ਨੇ। ਸਾਡਾ ਕਲੇਸ਼ ਜਿਹੜਾ ਅੱਜ ਵੀ ਮੈਂ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ, ਜੋ ਮੇਰੇ ਗੁਰੂ ਨੇ ਆਖਿਆ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਕਿ ਇਹ ਬਚਨ ਨੂੰ ਮੈਂ ਮੰਨਣ ਲਈ ਤਿਆਰ ਹਾਂ ਵੀ ਰੱਬ ਜੀ ਮੈਂ ਤੇ ਅਜੇ ਇਹ ਵੀ ਪੱਕਾ ਨਹੀਂ ਕਰ ਸਕਿਆ ਵੀ ਤੇਰੇ ਤੋਂ ਬਿਨਾ ਕੋਈ ਦੂਜਾ ਹੋਰ ਹੈਗਾ ਕਿ ਨਹੀਂ। ਮੈਂ ਕਿਵੇਂ ਜੁੜਾਂਗਾ ਜੀ, ਜਿਹਨੂੰ ਮੈਂ ਅਜੇ ਜਾਣਿਆ ਹੀ ਨਹੀਂ ਵੀ ਉਹ ਇੱਕ ਹੈ, ਉਸ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ। ਰੱਬ ਜੀ ਤੇਰੀ ਪੂਜਾ ਤੇ ਵੀ ਮੈਂ ਰੌਲਾ ਪਾਇਆ, ਤੇਰੀ ਅਕਲ ਕਿੱਥੋਂ ਲਵਾਂਗਾ। ਗੁਰੂ ਜੀ ਮੈਂ ਅਜੇ ਨਹੀਂ ਜਾਣਿਆ ਕਿ ਤੇਰੇ ਤੋਂ ਬਿਨਾ ਹੋਰ ਵੀ ਕੋਈ ਦੂਜਾ ਹੈ, ਅਜੇ ਤੇ ਕਲੇਸ਼ 'ਚ ਫਸਿਆ। ਜਿਸ ਦਿਨ ਜਾਣ ਲਿਆ, ਜਿਸ ਦਿਨ ਸੱਚਮੁੱਚ ਇਹਨਾਂ ਬਚਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਿਲ ਕਰਕੇ ਮੰਨ ਲਿਆ, ਪੜ੍ਹ ਲਿਆ ਵੀ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ। ਜਿਸ ਦਿਨ ਇਹ ਮੈਂ ਮੰਨ ਲਿਆ ਨਾ ਵੀ ਗੁਰੂ ਤੇਰੇ ਤੋਂ ਬਿਨਾ ਮੇਰੇ ਵਾਸਤੇ ਕੋਈ ਦੂਜਾ ਹੋਰ ਨਹੀਂ ਹੈ, ਗੁਰੂ ਦੀ ਅਕਲ ਚੰਗੀ ਲੱਗੇਗੀ, ਗੁਰੂ ਦੀ ਮਰਿਆਦਾ ਚੰਗੀ ਲੱਗੇਗੀ, ਗੁਰੂ ਦੀ ਮਰਿਆਦਾ ਮੁਤਾਬਕ ਫਿਰ ਚੱਲਾਂਗਾ। ਤੇ ਫਿਰ ਗੁਰੂ ਦੀ ਪੂਜਾ ਮੈਂ ਕਿਵੇਂ ਕਰਾਂਗਾ ਜੀ, ਗੁਰੂ ਦੀ ਗੱਲ ਨੂੰ ਮੰਨ ਕੇ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਬੜਾ ਪਿਆਰਾ ਬਚਨ ਆਖਦੇ, ਕਹਿੰਦੇ ਰਾਮ ਗੁਰਮਤ ਹਰ ਲਿਵ ਲਾਗੇ ਰਹਾਉ। ਹੇ ਮੇਰੇ ਸੋਹਣੇ ਰੱਬ ਜੀ, ਮੇਰੇ ਰਾਮ ਜੀ, ਰਮੇ ਹੋਏ ਰਾਮ ਜੀ, ਘਟ ਘਟ ਵਿੱਚ ਵਸੇ ਹੋਏ ਰਾਮ ਜੀ, ਮੇਰੇ ਅੰਦਰ ਵੀ ਵਸੇ ਹੋਏ ਰਾਮ ਜੀ। ਜਦੋਂ ਮੈਂ ਗੁਰੂ ਦੀ ਮੱਤ ਧਾਰਨ ਕਰਦਾ ਨਾ, ਫਿਰ ਮੈਂ ਆਪਣੇ ਆਪ ਨਾਲ ਜੁੜ ਕੇ ਚੱਲਦਾ। ਸਮਝ ਲੈਣਾ ਹਾਂ ਰਹਾਉ। ਸਤਿਗੁਰੂ ਗੁਰੂ ਗਰੀਬ ਨਵਾਜ ਬਚਨ ਕਰਦੇ, ਕਹਿੰਦੇ ਹਰ ਹਰ ਅਰਥ ਸਰੀਰ ਹਮ ਵੇਚਿਆ। ਮੈਂ ਆਪਣੇ ਰੱਬ ਦੀ ਖਾਤਰ, ਮੈਂ ਉਸ ਨੂੰ ਦੇਖਣ ਵਾਸਤੇ, ਭਾਵ ਉਸ ਨੂੰ ਮਹਿਸੂਸ ਕਰਨ ਵਾਸਤੇ, ਉਹਨੂੰ ਸਮਝਣ ਵਾਸਤੇ ਮੈਂ ਆਪਣੇ ਸਰੀਰ ਨੂੰ ਵੇਚ ਦਿੱਤਾ। ਤੇ ਵੇਚਿਆ ਕਿੱਥੇ ਹੈ? ਆਪਣੇ ਸਰੀਰ ਨੂੰ, ਆਪਣੀ ਇਸ ਦੇਹੀ ਨੂੰ ਮੈਂ ਵੇਚ ਦਿੱਤਾ। ਤੇ ਮਹਾਰਾਜ ਪੁੱਛਦੇ, ਕਹਿੰਦੇ ਵੇਚਿਆ ਕਿੱਥੇ?
ਕਹਿੰਦੇ ਪੂਰੇ ਗੁਰ ਕੈ ਆਗੇ, ਪੂਰੇ ਗੁਰੂ ਦੇ ਅੱਗੇ ਮੈਂ ਆਪਣੇ ਆਪ ਨੂੰ ਵੇਚ ਦਿੱਤਾ। ਕਾਹਦੇ ਖਾਤਰ? RAM ਗੁਰਮਤਿ ਹਰਿ ਲਿਵ ਲਾਗੇ, ਕਿ ਗੁਰੂ ਤੇਰੀ ਅਕਲ ਲੈ ਕੇ ਨਾ ਰੱਬ ਨਾਲ ਜੁੜਿਆ ਰਹਾਂ। ਮੈਂ ਕੁਦਰਤ ਦੇ ਨਾਲ, ਜਿਸ ਕੁਦਰਤ ਵਿੱਚ ਰੱਬ ਵਸਿਆ ਨਾ, ਜਿਸ ਕੁਦਰਤ ਦੇ ਵਿੱਚ ਰੱਬ ਵਸਿਆ, ਕਹਿੰਦੇ ਉਹਦੇ ਨਾਲ ਮੈਂ ਜੁੜਿਆ ਰਹਾਂ। ਤੇ ਜਦੋਂ ਬਾਬਾ ਨਾਨਕ ਸਾਹਿਬ ਮਹਾਰਾਜ ਕੁਦਰਤ ਦੇ ਨਾਲ ਜੁੜਦੇ ਨੇ ਨਾ, ਕੁਦਰਤ ਦਾ ਸੰਗ ਕਰ ਕਰਕੇ ਨਾਲ ਚੱਲਦੇ ਨੇ, ਅਸੀਂ ਤੇ ਬਾਬੇ ਦੇ ਸਫ਼ਰ ਨੂੰ ਵੀ ਕਰਾਮਾਤ ਜਿਹਾ ਵਾਲਾ ਬਣਾ ਕੇ ਰੱਖ ਦਿੱਤਾ। ਮਹਾਰਾਜ ਨੇ ਜਿੰਨਾ ਸਫ਼ਰ ਕੀਤਾ ਅਸੀਂ ਨਹੀਂ ਟਲ ਸਕੇ ਬਾਬੇ ਦਾ, ਬਾਬੇ ਨੂੰ ਸਮਝ ਨਹੀਂ ਸਕੇ, ਕਰਾਮਾਤ ਬਣਾ ਦਿੱਤਾ ਬਾਬੇ ਦਾ ਸਫ਼ਰ ਵੀ। ਮਹਾਰਾਜ ਜੰਗਲ ਵਿੱਚ ਗਏ ਜੀ, ਉੱਥੇ ਆਹ ਕਰ ਦਿੱਤਾ, ਉੱਥੇ ਉਹ ਕਰ ਦਿੱਤਾ। ਭਲੇ ਉਹ ਬਾਬਾ ਜੰਗਲ ਦੇ ਵਿੱਚੋਂ ਦੀ ਜਦੋਂ ਲੰਘਦਾ, ਜਦੋਂ ਰਾਵੀ ਦੇ ਕਿਨਾਰੇ ਕਿਨਾਰੇ ਤੁਰਦਾ ਹੈ ਨਾ ਬਾਬਾ, ਤੇ ਬਾਬੇ ਨੇ ਕੁਦਰਤ ਨਾਲ ਜੁੜ ਕੇ ਹੀ ਆਖਿਆ ਨਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜਦੋਂ ਬਾਬਾ ਮੇਰਾ ਕੁਦਰਤ ਦੇ ਨਾਲ ਜੁੜਦਾ ਨਾ, ਤੇ ਸਤਿਗੁਰੂ ਆਖਦੇ ਨੇ ਕੁਦਰਤ ਕਰਕੇ ਵਸਿਆ ਸੋਏ। ਜਦੋਂ ਬਾਬਾ ਕੁਦਰਤ ਨਾਲ ਲੱਗਦਾ ਏ ਨਾ, ਜੁੜਦਾ ਏ ਨਾ, ਕੁਦਰਤ ਦਾ ਆਨੰਦ ਮਾਣਦਾ ਏ ਨਾ, ਸਤਿਗੁਰੂ ਉਦੋਂ ਆਖਦੇ ਨੇ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ। ਬਾਬਾ ਉਦੋਂ ਆਖਦਾ ਵੀ ਰੱਬ ਜੀ ਆਹ ਪਾਣੀ ਵੀ ਤੈਨੂੰ ਗਾ ਰਿਹਾ, ਆਹ ਹਵਾ ਵੀ ਤੈਨੂੰ ਗਾ ਰਹੀ ਹੈ। ਗਾਉਣਾ ਕੀ ਹੈ? ਉਹਦੀ ਨਜ਼ਮਾਵਲੀ ਦੇ ਵਿੱਚ ਵੱਜਣਾ, ਉਹਦੇ ਹੁਕਮ ਵਿੱਚ ਚੱਲਣਾ। ਅੱਗ ਵੀ ਤੈਨੂੰ ਗਾ ਰਹੀ ਹੈ, ਗਾਵਣ ਤੁਧਨੋਂ ਪੌਣ ਪਾਣੀ ਬੈਸੰਤਰ ਅੱਗ, ਅੱਗ ਵੀ ਤੈਨੂੰ ਗਾ ਰਹੀ ਹੈ, ਤੇਰੇ ਹੁਕਮ ਵਿੱਚ ਵੱਜੀ ਹੋਈ ਹੈ। ਤੇ ਪਿਆਰ ਵਾਲੇ ਗੁਰਸਿੱਖੋ, ਅਸੀਂ ਕਿਵੇਂ ਗਾਉਣੇ ਆ? ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗਾਉਣਾ ਵੀ ਸਾਡਾ ਕਲੇਸ਼ ਬਣ ਗਿਆ ਜਾ, ਮਾਫ ਕਰਿਆ ਜੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗਾਉਣਾ ਵੀ ਸਾਡਾ ਕਲੇਸ਼ ਬਣ ਗਿਆ ਜਾ। ਬਾਬੇ ਨੂੰ ਸਮਝ ਨਾ ਸਕੇ, ਬਾਬੇ ਕੋਲੋਂ ਮੱਤ ਲੈਣੀ ਸੀ, ਪਰ ਬਾਬੇ ਦੀ ਬਾਣੀ ਤੇ ਵੀ ਸਿੱਖ ਝਗੜਾ ਪਾ ਕੇ ਬਹਿ ਗਿਆ। ਕਹਿੰਦਾ ਵੀ ਮੂਲ ਮੰਤਰ ਦਾ ਪਾਠ ਇੱਥੋਂ ਤੱਕ ਨਹੀਂ, ਇੱਥੋਂ ਤੱਕ ਕਰਨਾ। ਤੇ ਕੋਈ ਇਹ ਰੌਲਾ ਪਾ ਕੇ ਬਹਿ ਗਿਆ ਵੀ ਰਾਗ ਮਾਲਾ ਇੱਥੋਂ ਤੱਕ ਨਹੀਂ, ਇਹ ਨਹੀਂ ਪੜ੍ਹਨੀ ਚਾਹੀਦੀ, ਕੋਈ ਕਹਿੰਦਾ ਪੜ੍ਹਨੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸ਼ੁਰੂ ਤੇ ਵੀ ਸਿੱਖ ਦਾ ਰੌਲਾ ਝਗੜਾ, ਤੇ ਤੁਹਾਡੇ ਅੰਤ ਤੇ ਵੀ ਝਗੜਾ। ਅਕਲ ਕਦੋਂ ਲਏਗਾ ਇਹ? ਜਿਹੜਾ ਅਜੇ ਆਪਣੇ ਇਸ਼ਟ ਤੇ ਝਗੜਾ ਪਾ ਕੇ ਬੈਠਾ, ਜਿਹੜਾ ਅਜੇ ਆਪਣੀ ਇਸ਼ਟ ਨੂੰ ਚੰਗੀ ਤਰ੍ਹਾਂ ਮੰਨਣ ਤੋਂ ਇਨਕਾਰੀ ਹੈ, ਉਹ ਆਪਣੇ ਇਸ਼ਟ ਕੋਲੋਂ, ਆਪਣੇ ਗੁਰੂ ਕੋਲੋਂ, ਆਪਣੇ ਰਹਿਬਰ ਕੋਲੋਂ ਕਦੋਂ ਅਕਲ ਲਏਗਾ ਜੀ? ਗੁਰੂ ਰਾਮਦਾਸ ਸਾਹਿਬ ਮਹਾਰਾਜ ਬਚਨ ਕਰਦੇ, ਕਹਿੰਦੇ ਹੇ ਮੇਰੇ ਮਾਲਕ, ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੈ ਆਗੇ। ਪੂਰੇ ਗੁਰੂ ਅੱਗੇ ਜਦੋਂ ਮੈਂ ਸਰੀਰ ਆਪਣਾ ਵੇਚਿਆ ਨਾ, ਤੇ ਪੂਰੇ ਗੁਰੂ ਦੀ ਕਿਰਪਾ ਕੀ ਹੁੰਦੀ ਭਲਾ? ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀ ਕੀਤੀ ਹੈ? ਕਹਿੰਦੇ ਸਤਿਗੁਰ ਦਾਤੇ ਨਾਮ ਦਿੜਾਇਆ। ਪੂਰੇ ਗੁਰੂ ਨੇ ਫਿਰ ਮੇਰੇ ਅੰਦਰ ਸਤਿਗੁਰ ਦਾਤੇ, ਸਤਿਗੁਰੂ ਦਾਤਾ ਹੈ, ਗੁਰੂ ਗ੍ਰੰਥ ਸਾਹਿਬ ਦਾਤੇ ਨੇ। ਤੇ ਇਸ ਦਾਤੇ ਨੇ ਦਾਤ ਮੈਨੂੰ ਕੀ ਦਿੱਤੀ ਹੈ? ਕਹਿੰਦੇ ਮੇਰੇ ਅੰਦਰ ਹਰੀ ਪਰਮੇਸ਼ਰ ਦਾ ਨਾਮ, ਭਾਵ ਅਕਲ ਆਪਣੀ ਨਾ ਪੱਕੀ ਕਰ ਦਿੱਤੀ। ਗੁਰੂ ਨੇ ਆਪਣੀ ਦਾਤ, ਗੁਰਮਤ, ਆਪਣੀ ਮਤ ਨਾ ਮੇਰੇ ਅੰਦਰ ਟਿਕਾ ਦਿੱਤੀ, ਪੱਕਿਆਂ ਕਰ ਦਿੱਤਾ ਵੀ ਲੈ ਜੇ ਆਪਣਾ ਆਪ ਤੂੰ ਮੇਰੇ ਅੱਗੇ ਵੇਚਿਆ, ਮੇਰੇ ਅੱਗੇ ਰੱਖਿਆ, ਤੇ ਸਿੱਖਾ ਚੇਤਾ ਰੱਖੀ ਆਪਣਾ ਆਪ ਅੱਗੇ ਰੱਖਣ ਨਾਲ ਹੀ ਸਾਰਾ ਕੁਝ ਨਹੀਂ ਬਣ ਜਾਂਦਾ, ਸਾਰਾ ਕੁਝ ਇਦਾਂ ਹੀ ਨਹੀਂ ਹੋ ਜਾਂਦਾ। ਤੈਨੂੰ ਮੰਨਣਾ ਪੈਣਾ
ਤਨ ਮਨ ਧਨ ਸਭ ਸੌਂਪ ਗੁਰ ਕੋ। ਕੋਈ ਸਿੱਖ ਕੋਈ ਬੰਦਾ ਆਖੇ ਮੈਂ ਆਪਣਾ ਤਨ, ਆਪਣਾ ਮਨ, ਆਪਣਾ ਧਨ ਸਾਰਾ ਕੁਝ ਗੁਰੂ ਅੱਗੇ ਰੱਖਣਾ, ਰੱਖ ਦਿੱਤਾ ਜੀ ਸਾਰਾ ਕੁਝ। ਤਨ ਵੀ ਰੱਖ ਦਿੱਤਾ, ਮਨ ਵੀ ਰੱਖ ਦਿੱਤਾ, ਆਪਣਾ ਧਨ ਵੀ ਰੱਖ ਦਿੱਤਾ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਕੀ ਗੱਲ ਬਣ ਗਈ ਫਿਰ? ਨਹੀਂ ਨਹੀਂ, ਸਾਰਾ ਕੁਝ ਭੇਟ ਕਰਕੇ ਹੁਕਮ ਮੰਨਿਆ ਪਾਈਐ। ਗੁਰੂ ਦਾ ਹੁਕਮ ਮੰਨਿਆ ਗੱਲ ਬਣਨੀ ਹੈ। ਤੇ ਗੁਰੂ ਦਾ ਹੁਕਮ ਕੀ ਹੈ? ਗੁਰੂ ਦੀ ਬਾਣੀ, ਗੁਰੂ ਦੀ ਮੱਤ ਮੰਨਣੀ ਪੈਣੀ ਹੈ। ਮੈਂ ਗੁਰੂ ਦੀ ਬਾਣੀ ਨਹੀਂ ਮੰਨਦਾ ਤੇ ਕਦੇ ਨਹੀਂ ਸਮਝ ਲੱਗ ਸਕੇਗੀ ਮੈਂ ਕੀ ਗੁਰੂ ਦੀ ਪੂਜਾ ਕਿਵੇਂ ਕਰਨੀ ਹੈ। ਜੇ ਗੁਰੂ ਦੀ ਬਾਣੀ ਨਹੀਂ ਮੰਨਦਾ ਨਾ, ਕਦੇ ਨਹੀਂ ਪਤਾ ਲੱਗ ਸਕਦਾ ਵੀ ਮੈਂ ਮਰਿਆਦਾ ਕਿਹੜੀ ਮੰਨਣੀ ਹੈ। ਜਿਹੜਾ ਬੰਦਾ ਅਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦਾ ਜੀ, ਮਨ ਕਰਕੇ ਸਮਝਦਾ ਹੀ ਨਹੀਂ ਚੰਗੀ ਤਰ੍ਹਾਂ, ਉਹ ਬੰਦਾ ਅਕਾਲ ਤਖਤ ਸਾਹਿਬ ਨੂੰ ਕਿਵੇਂ ਮੰਨੇਗਾ? ਉਹਦਾ ਸਿਧਾਂਤ ਕੀ ਹੈ? ਕਿਵੇਂ ਸਮਰਪਣ ਹੋਏਗਾ ਉਹ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ? ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਚਨ ਕਰਦੇ, ਕਹਿੰਦੇ ਮੇਰੇ ਮਾਲਕ ਨੇ, ਸਤਿਗੁਰੂ ਨੇ ਮੇਰੇ ਅੰਦਰ ਨਾਮ ਪੱਕਾ ਕਰ ਦਿੱਤਾ, ਆਪਣੀ ਮੱਤ ਚੰਗੀ ਤਰ੍ਹਾਂ ਦ੍ਰਿੜਾ ਦਿੱਤੀ, ਭਾਵ ਪੱਕਿਆ ਕਰ ਦਿੱਤੀ। ਤੇ ਅੱਗੇ ਆਖਿਆ ਮੁਖ ਮਸਤਕ ਭਾਗ ਸੁਭਾਗੇ। ਕਹਿੰਦੇ ਮੇਰਾ ਮੂੰਹ ਤੇ ਮੇਰਾ ਮੱਥਾ, ਤੱਕ ਮੱਥਾ ਤੇ ਮੁਖ ਦਾ ਅਰਥ ਕੀ ਹੈ? ਮੂੰਹ। ਕਹਿੰਦੇ ਮੇਰਾ ਮੂੰਹ ਤੇ ਮੇਰਾ ਮੱਥਾ ਨਾ ਭਾਗਾਂ ਵਾਲਾ ਹੋ ਗਿਆ। ਮੇਰਾ ਮੂੰਹ ਤੇ ਮੇਰਾ ਮੱਥਾ ਭਾਗ ਸੁਭਾਗੇ, ਭਾਗਾਂ ਵਾਲਾ ਹੋ ਗਿਆ। ਕਦੋਂ? ਮੈਂ ਜਦੋਂ ਅੱਗੇ ਮੱਥਾ ਟੇਕਿਆ ਨਾ, ਮੱਥਾ ਟੇਕਿਆ ਤੇ ਮੈਂ ਆਖਾਂ ਮੈਂ ਭਾਗਾਂ ਵਾਲਾ ਹੋ ਗਿਆ। ਮੇਰਾ ਗੁਰੂ ਕਹਿੰਦਾ ਨਹੀਂ, ਜਿੰਨੀ ਦੇਰ ਤੱਕ ਬਾਣੀ ਨੂੰ ਆਪਣੇ ਅੰਦਰ ਟਿਕਾਉਂਦਾ ਨਹੀਂ ਭਾਗਾ। ਚੇਤਾ ਰੱਖੀਏ ਜੀ, ਮੈਂ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਾਂ, ਪਰ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨਾ ਨਾ, ਮੱਥਾ ਟੇਕਿਆ ਪ੍ਰਵਾਨ ਨਹੀਂ ਜੀ। ਮੈਂ ਆਖਾਂ ਮੈਂ ਗੁਰਦੁਆਰੇ ਆ ਗਿਆ, ਭਾਗਾ ਵਾਲਾ ਹੋ ਗਿਆ। ਆਖਣ ਨੂੰ ਜੋ ਮਰਜ਼ੀ ਆਖੀਏ, ਆ ਕੇ ਇਸੇ ਕਰਕੇ ਕਹਿੰਦੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਅੰਮ੍ਰਿਤ ਵੇਲੇ, ਜੋ ਸਿੱਖਾ ਜ਼ਿਆਦਾ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਉਹਨੂੰ ਹੀ ਮੰਨ ਲਈਏ ਵੀ ਅੱਜ ਮੇਰੇ ਗੁਰੂ ਨੇ ਮੈਨੂੰ ਆਹ ਹੁਕਮ ਕੀਤਾ, ਅੱਜ ਮੰਨਣਾ। ਗੁਰੂ ਨੇ ਮੈਨੂੰ ਆਹ ਸਿੱਖਿਆ ਦਿੱਤੀ, ਅੱਜ ਅੰਮ੍ਰਿਤ ਵੇਲੇ ਮੰਨ ਲਈਏ। ਆਪਾਂ ਪੜ੍ਹ ਲੈਣਾ ਵੀ ਤੁਧ ਬਿਨ ਦੂਜਾ ਨਹੀਂ ਕੋਈ। ਹੁਕਮਨਾਮਾ ਸਾਹਿਬ ਪੜ੍ਹ ਲੈਣਾ ਅੱਜ ਦਾ ਵੀ ਰੱਬ ਜੀ ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਤੇ ਜੇ ਦੂਜਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨੇ ਝੂਠ ਥੋੜੀ ਬੋਲਿਆ। ਫਿਰ ਕੇਵਲ ਇੱਕ ਓੰਕਾਰ ਹੈ, ਕੇਵਲ ਇੱਕ ਰੱਬ, ਇੱਕ ਗੁਰੂ, ਹੋਰ ਦੂਜਾ ਕੋਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਬੜਾ ਪਿਆਰਾ ਬਚਨ ਕਰਦੇ, ਕਹਿੰਦੇ ਜਦੋਂ ਦਾ ਮੇਰੇ ਗੁਰੂ ਨੇ ਮੈਨੂੰ ਆਪਣੀ ਮੱਤ ਦੇ ਕੇ ਨਿਵਾਜਿਆ ਨਾ, ਤੇ ਮੈਂ ਗੁਰੂ ਦੀ ਮੱਤ ਨੂੰ ਪ੍ਰਵਾਨ ਕਰ ਲਿਆ। ਮੇਰਾ ਮੂੰਹ ਤੇ ਮੇਰਾ ਮੱਥਾ ਭਾਗਾਂ ਵਾਲਾ ਹੋ ਗਿਆ। ਹੁਣ ਇਹ ਮੇਰਾ ਮੂੰਹ ਤੇ ਮੇਰਾ ਮੱਥਾ ਸਦਾ ਖਿੜਿਆ ਰਹਿੰਦਾ ਹੈ। ਗੁਰੂ ਗਰੀਬ ਨਵਾਜ ਦੂਸਰੇ ਬੰਦ ਅੰਦਰ ਬੜੇ ਪਿਆਰੇ ਬਚਨ ਸਾਨੂੰ ਸਮਝਾਉਂਦੇ, ਕਹਿੰਦੇ ਘਟ ਘਟ ਰਮਈਆ ਰਮਤ ਰਾਮ ਰਾਏ। ਹੇ ਸੰਸਾਰ ਦੇ ਲੋਗੋ, ਮੇਰਾ ਗੁਰੂ ਪਰਮੇਸ਼ਰ ਘਟ ਘਟ ਵਿੱਚ ਰਮਤ ਹੈ, ਰਵਿਆ ਹੋਇਆ ਹੈ, ਵਸਿਆ ਹੋਇਆ ਹੈ।
ਤੇ ਇਸ ਵਸੇ ਹੋਏ ਰੱਬ ਨੂੰ ਮੈਂ ਜਾਣਦਾ ਕਦੋਂ ਆ? ਮੈਨੂੰ ਕਿਵੇਂ ਸਮਝ ਲੱਗੇ ਵੀ ਉਹ ਵਸਿਆ ਹੋਇਆ? ਅਸੀਂ ਸਾਰੇ ਹੀ ਆਖਦੇ ਨਾ ਬਾਣੀ ਪੜ੍ਹ ਕੇ ਵੀ ਰੱਬ ਵਸਿਆ ਹੋਇਆ ਘਟ ਘਟ ਵਿੱਚ, ਤੇ ਮੈਨੂੰ ਕਿੱਦਾਂ ਸਮਝ ਲੱਗੇਗੀ ਵੀ ਉਹ ਵਸਿਆ? ਮੈਨੂੰ ਤੇ ਉਹ ਦਿਸਦਾ ਨਹੀਂ। ਕਿਵੇਂ ਮੈਂ ਪ੍ਰਾਪਤ ਕਰਾਂ? ਕਿਵੇਂ ਮੈਂ ਉਹਨੂੰ ਲੱਭਾਂ? ਕਿਵੇਂ ਮੈਂ ਦੇਖਾਂ? ਕਿਵੇਂ ਮੈਂ ਉਹਨੂੰ ਸਮਝਾਂ? ਤੇ ਇਹ ਸਮਝ ਫਿਰ ਕਿੱਥੋਂ ਮਿਲਣੀ ਹੈ? ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਗੁਰ ਸ਼ਬਦ ਗੁਰੂ ਲਿਵ ਲਾਗੇ। ਕਹਿੰਦੇ ਵਸੇ ਹੋਏ ਰੱਬ ਬਾਰੇ ਜੇ ਜਾਣਕਾਰੀ ਲੈਣੀ ਹੈ ਨਾ, ਗੁਰੂ ਸ਼ਬਦ ਦੇ ਵਿੱਚ ਆਪਣੀ ਲਿਵ ਜੋੜ। ਗੁਰੂ ਸ਼ਬਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ, ਧਿਆਨ ਨਾਲ ਪੜ੍ਹ, ਤੈਨੂੰ ਸਮਝ ਲੱਗ ਜਾਏਗੀ ਕਿ ਮੈਂ ਵੀ ਰੱਬ ਦੀ ਅੰਸ਼ ਹਾਂ। ਰੱਬ ਘਟ ਘਟ ਦੇ ਵਿੱਚ ਜੇ ਵਸਿਆ ਤੇ ਉਸ ਘਟ ਘਟ ਵਿੱਚ ਮੈਂ ਵੀ ਆਉਣਾ। ਮੇਰੇ ਅੰਦਰ ਵੀ ਰੱਬ ਵਸਿਆ ਹੈ। ਸਤਿਗੁਰੂ ਜੀ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਗੁਰ ਸ਼ਬਦ ਗੁਰੂ ਲਿਵ ਲਾਗੇ। ਤੇ ਕਹਿੰਦੇ ਜਦੋਂ ਗੁਰੂ ਸ਼ਬਦ ਵਿੱਚ ਲਿਵ ਲਾਈ, ਭਾਵ ਧਿਆਨ ਦਿੱਤਾ। ਲਿਵ ਲਾਉਣ ਦਾ ਅਰਥ ਕੀ ਹੈ? ਧਿਆਨ ਦੇਣਾ। ਸਾਡੀ ਲਿਵ ਜਿਹੜੀ ਹੈ ਨਾ, ਉਹ ਜੋਗੀਆਂ ਦੀ ਤਰ੍ਹਾਂ ਹੋ ਗਈ। ਸਾਡੀ ਜਿਹੜੀ ਲਿਵ ਹੈ ਨਾ ਅੱਜ, ਉਹ ਸੰਤਾਂ ਦੀ ਤਰ੍ਹਾਂ, ਸੰਨਿਆਸੀਆਂ ਦੀ ਤਰ੍ਹਾਂ ਹੋ ਗਈ। ਬੰਦਾ ਕਹਿੰਦਾ ਜੇ ਲਿਵ ਜੋੜਨੀ ਹੈ ਨਾ, ਅੱਖਾਂ ਬੰਦ ਕਰਕੇ ਨਾ, ਚੌਂਕੜਾ ਮਾਰ ਕੇ ਕਹਿੰਦੇ ਬੈਠਾ ਰਹੋ, ਤੇਰੀ ਲਿਵ ਆਪੇ ਜੁੜ ਜਾਣੀ। ਬੰਦਾ ਹੋਰ ਹੋਰ ਖਿਆਲਾਂ ਵਿੱਚ ਡੁੱਬਿਆ ਰਹਿੰਦਾ। ਜਿਹਦੇ ਵਾਸਤੇ ਲਿਵ ਜੋੜਦਾ ਉਹਦਾ ਧਿਆਨ ਹੀ ਨਹੀਂ ਰਹਿੰਦਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਗੁਰੂ ਰਾਮਦਾਸ ਸਾਹਿਬ ਜੀ ਦੀ ਰਸਨਾ ਤੋਂ ਕਹਿੰਦੇ, ਭਾਈ ਜੇ ਲਿਵ ਜੋੜਨੀ ਹੈ ਨਾ ਤੇ ਗੁਰ ਸ਼ਬਦ, ਗੁਰੂ ਸ਼ਬਦ ਨੂੰ ਪੜ੍ਹ। ਜਿਵੇਂ ਜਿਵੇਂ ਪੜ੍ਹੇਗਾ ਨਾ ਧਿਆਨ ਦੇ ਕੇ, ਤੇਰੀ ਲਿਵ ਲੱਗ ਜਾਏਗੀ। ਲਿਵ ਲੱਗ ਜਾਏਗੀ। ਬੱਚੇ ਨੂੰ ਆਪਾਂ ਆਖੀਏ ਪੁੱਤ ਤੂੰ ਸਕੂਲ ਜਾ, ਤੇ ਉਹਦੀ ਲਿਵ ਭਲਾ ਕਿੱਦਾਂ ਲੱਗਣੀ ਹੈ? ਬੱਚੇ ਦੀ ਲਿਵ ਜਿਹੜੀ ਹੈ ਨਾ, ਆਖਦੇ ਹੀ ਨਾ ਪੁੱਤ ਸਕੂਲ ਚੱਲਿਆ, ਧਿਆਨ ਨਾਲ ਪੜ੍ਹੀ, ਲਿਵ ਲਾ ਕੇ ਪੜ੍ਹੀ। ਵੀ ਟੀਚਰ ਕੁਝ ਪੜ੍ਹਾ ਰਿਹਾ ਹੋਵੇ, ਕੁਝ ਦੱਸ ਰਿਹਾ ਹੋਵੇ, ਸਮਝਾ ਰਿਹਾ ਹੋਵੇ, ਤੇ ਬੱਚਾ ਅੱਖਾਂ ਬੰਦ ਕਰਕੇ, ਹੱਥ ਜੋੜ ਕੇ ਉਹ ਬੈਠਾ ਰਹੇ, ਬੈਠਾ ਰਹੇ। ਉਹ ਆਪਣੇ ਖਿਆਲਾਂ ਵਿੱਚ ਡੁੱਬਾ ਰਹੇ। ਸਮਝ ਲੱਗੇਗੀ? ਨਹੀਂ, ਧਿਆਨ ਨਹੀਂ ਦਿੱਤਾ। ਜਿਹੜੀ ਗੱਲ ਟੀਚਰ ਸਮਝਾ ਰਿਹਾ ਨਾ, ਉਹ ਸਮਝ ਨਹੀਂ ਲੱਗੀ। ਤੇ ਜਦੋਂ ਕਿਸੇ ਨੂੰ ਸਮਝਣਾ ਨਾ, ਸਿਆਣੇ ਕਹਿੰਦੇ ਉਹਦੇ ਵੱਲ ਪੂਰਾ ਕੇਂਦਰਿਤ ਹੋ ਜਾਓ, ਪੂਰਾ ਧਿਆਨ ਦਿਓ। ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਅੱਜ ਸਾਡੇ ਪੁਜਾਰੀਆਂ ਨੇ ਤੋੜਿਆ ਨਹੀਂ। ਪੁਜਾਰੀ ਲਾਣੇ ਨੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਿਆ ਨਹੀਂ। ਇੱਦਾਂ ਉਹ ਕਹਿੰਦਾ ਭਾਈ ਤੁਸੀਂ ਗੁਰਦੁਆਰੇ ਆਉਣਾ, ਮੱਥਾ ਟੇਕ ਕੇ ਬਸ ਚੁੱਪ ਚਪੀਤੇ ਬੈਠੇ ਰਹੋ, ਗੁਰੂ ਵੱਲ ਵੇਖਣ ਦੀ ਲੋੜ ਨਹੀਂ। ਜੋ ਗੁਰੂ ਦੀ ਗੱਲ ਹੋ ਰਹੀ ਉਹਨੂੰ ਚੰਗੀ ਤਰ੍ਹਾਂ ਸੁਣੀਏ, ਗੁਰੂ ਦੀ ਬਾਣੀ ਨੂੰ ਅਸੀਂ ਦੇਖ ਲਈਏ, ਪੜ੍ਹ ਲਈਏ, ਸਮਝ ਲਈਏ, ਧਿਆਨ ਸਾਡਾ ਕੇਂਦਰਿਤ ਹੋ ਜਾਏਗਾ। ਅਸੀਂ ਆਪਣੇ ਆਪ ਨਾਲ ਜੁੜ ਜਾਵਾਂਗੇ, ਕਿਉਂਕਿ ਆਪਣੇ ਆਪ ਵਿੱਚ ਹੀ ਰੱਬ ਹੈ, ਅੰਦਰ ਹੀ ਰੱਬ ਹੈ। ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਨੇ ਹਉ ਮਨ ਤਨ ਦੇਵੋ ਘਾਟ ਗੁਰੂ ਕੋ। ਜਦੋਂ ਗੁਰੂ ਸ਼ਬਦ ਵਿੱਚ ਲਿਵ ਲੱਗੀ ਹੈ ਨਾ, ਤੇ ਹੁਣ ਤੇ ਜੀ ਕਰਦਾ ਵੀ ਆਪਣਾ ਮਨ ਤੇ ਤਨ ਕੱਟ ਕੇ ਗੁਰੂ ਅੱਗੇ ਰੱਖ ਦਿਆ। ਹਉ ਮੈਂ ਮਨ ਤਨ ਦੇਵੋ ਘਾਟ ਗੁਰੂ ਕੋ, ਆਪਣੇ ਆਪ ਨੂੰ ਕੱਟ ਕੇ ਗੁਰੂ ਅੱਗੇ ਰੱਖ ਦਿਆ। ਕਿਉਂ? ਕਿਉਂਕਿ ਮੇਰਾ ਭ੍ਰਮ ਭਉ
ਗੁਰ ਬਚਨੀ ਭਾਗੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮੇਰੇ ਅੰਦਰ ਜਿਹੜਾ ਭਰਮ ਸੀ ਨਾ ਤੇ ਭਰਮ ਦਾ ਡਰ ਸੀ, ਮੇਰੇ ਗੁਰੂ ਦੇ ਬਚਨਾਂ ਦੁਆਰਾ ਉਹ ਭੱਜ ਗਿਆ, ਉਹ ਭੱਜ ਗਿਆ। ਸੁਣਿਓ ਪੰਕਤੀ, ਕਹਿੰਦੇ ਹਉ ਮਨ ਤਨ ਦੇਵੋ ਕਾਟ ਗੁਰੂ ਕੋ। ਕਿਉਂ? ਮੇਰਾ ਭ੍ਰਮ ਭਉ ਗੁਰ ਬਚਨੀ ਭਾਗੇ। ਗੁਰੂ ਦੇ ਬਚਨ ਜਦੋਂ ਮੈਂ ਪੜ੍ਹੇ, ਗੁਰੂ ਦੇ ਬਚਨ ਜਦੋਂ ਮੈਂ ਸੁਣੇ, ਪੜ੍ਹ ਸੁਣ ਕੇ ਕੀ ਕੀਤਾ? ਮੰਨ ਲਿਆ। ਤੇ ਅੰਦਰ ਜਿਹੜਾ ਭਰਮ ਸੀ ਨਾ, ਰੱਬ ਜੀ ਟੱਲ ਖੜਕਾਉਣ ਨਾਲ ਵੀ ਤੂੰ ਮਿਲਦਾ, ਰੱਬ ਜੀ ਜੋਤਾਂ ਜਗਾਉਣ ਨਾਲ ਵੀ ਤੂੰ ਖੁਸ਼ ਹੋ ਜਾਣਾ, ਰੱਬ ਜੀ ਤੇਰੇ ਤੇ ਫੁੱਲ ਸੁੱਟਣੇ ਤਾਂ ਵੀ ਤੂੰ ਖੁਸ਼ ਹੋ ਜਾਣਾ। ਗੁਰੂ ਜੀ ਆ ਵੀ ਫਲਾਣੀ ਫਲਾਣੀ ਪੂਜਾ ਕਰਨਾ ਤੇਰੇ ਤੋਂ ਬਿਨਾਂ ਤਾਂ ਵੀ ਤੂੰ ਖੁਸ਼। ਇਹ ਜਿੰਨੇ ਭਰਮ ਸੀ ਨਾ ਜੀ, ਤੇ ਪੁਜਾਰੀ ਨੇ ਡਰ ਪਾਇਆ ਸੀ, ਕਹਿੰਦੇ ਉਹ ਦੂਰ ਹੋ ਗਏ। ਜਦੋਂ ਗੁਰੂ ਨੇ ਮੇਰੇ ਨੇ ਇਹ ਗੱਲ ਸਮਝਾ ਦਿੱਤੀ ਵੀ ਜੇ ਪੂਜਾ ਕਰਨੀ ਹੈ ਤੇ ਕਿਹਦੀ ਕਰਨੀ ਹੈ? ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਈ। ਲੈ ਜੇ ਬੰਦਿਆ ਪੂਜਾ ਕਰਨੀ ਹੈ ਤੇ ਨਾਮ ਧਿਆ, ਤੇ ਇਸ ਤੋਂ ਬਿਨਾਂ ਕੋਈ ਦੂਜੀ ਪੂਜਾ ਨਹੀਂ ਹੈ। ਸਾਡੇ ਪ੍ਰਚਾਰਕ ਨਾ ਅੱਜ ਭਾਰੀ ਭਾਰੀ ਸੰਗਤਾਂ ਦੇ ਇਕੱਠ ਵਿੱਚ ਨਾ ਗੁਰਬਾਣੀ ਦੇ ਪ੍ਰਚਾਰ ਕਰਨ ਵਾਲਿਆਂ ਦੀ ਅਸਲ ਵਿੱਚ ਅੱਜ ਵਿਰੋਧਤਾ ਕਰਦੇ। ਕੀ ਕਹਿੰਦੇ? ਫਲਾਣਾ ਜੀ ਉਹ ਪੂਜਾ ਨੂੰ ਕਹਿੰਦਾ ਪੂਜਾ ਨਾ ਕਰੋ ਜੀ। ਵੀ ਭਲਿਆ ਤੂੰ ਵੀ ਤੇ ਦੱਸ ਨਾ ਵੀ ਕਿਹੜੀ ਪੂਜਾ ਉਹ ਕਹਿੰਦਾ ਵੀ ਨਾ ਕਰੋ। ਅਰਜ਼ ਮੈਂ ਵੀ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਿੱਦਾਂ ਕਰਨੀ ਅਸੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿਖਾਉਂਦੇ ਨੇ ਜੀ, ਅਸੀਂ ਕਿਸੇ ਬੰਦੇ ਤੋਂ ਕਿਉਂ ਪੁੱਛੀਏ? ਅਸੀਂ ਕਿਸੇ ਕਥਾਕਾਰ, ਕਿਸੇ ਪ੍ਰਚਾਰਕ, ਕਿਸੇ ਰਾਗੀ, ਕਿਸੇ ਢਾਡੀ ਕੋਲੋਂ ਕਿਉਂ ਪੁੱਛੀਏ? ਕਿਸੇ ਸੰਤ ਬ੍ਰਹਮ ਗਿਆਨੀ ਕੋਲੋਂ ਕਿਉਂ ਪੁੱਛੀਏ ਵੀ ਤੂੰ ਦੱਸ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਿਵੇਂ ਕਰਨੀ? ਨਾ, ਮੈਂ ਸਿੱਧਾ ਆਪਣੇ ਗੁਰੂ ਕੋਲੋਂ ਪੁੱਛਾਂ, ਮਹਾਰਾਜ ਮੈਂ ਸੰਗ ਕੀਤਾ ਤੁਹਾਡਾ, ਤੁਸੀਂ ਦੱਸੋ ਮੈਨੂੰ ਵੀ ਪੂਜਾ ਕਿਵੇਂ ਕਰਨੀ ਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੋੜਨਗੇ ਥੋੜੀ ਜੀ ਸਾਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਨੇ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਈ। ਰੱਬ ਦੀ ਬਾਣੀ ਤੋਂ ਬਿਨਾ, ਰੱਬ ਦੀ ਯਾਦ ਤੋਂ ਬਿਨਾ ਕੋਈ ਦੂਜੀ ਪੂਜਾ ਨਹੀਂ। ਤੇ ਪੂਜਾ ਦੇ ਨਾਮ ਤੇ ਪੁਜਾਰੀ ਨੇ ਗੁਰਦੁਆਰਿਆਂ ਨੂੰ ਵੀ ਮੰਦਿਰ ਬਣਾ ਕੇ ਰੱਖ ਦਿੱਤਾ। ਆਖੋ ਸਤਿਨਾਮ। ਪੂਜਾ ਦੇ ਨਾਮ ਤੇ, ਪੂਜਾ ਦੇ ਨਾਮ ਤੇ ਗੁਰੂ ਦੇ ਘਰ ਨੂੰ ਵੀ ਮੰਦਿਰ ਬਣਾਤਾ। ਗੁਰਦੁਆਰਿਆਂ ਵਿੱਚ ਟੱਲ ਖੜਕਾਏ, ਗੁਰਦੁਆਰਿਆਂ ਵਿੱਚ ਜੋਤਾਂ ਖੜੀਆਂ ਕਰ ਦਿੱਤੀਆਂ, ਗਾਗਰਾਂ ਭਰ ਭਰ ਪਾਣੀ ਦੀਆਂ ਰੱਖਦੀਆਂ। ਇੱਥੋਂ ਤੀਕ ਕਿ ਵੱਡੇ ਗੁਰਦੁਆਰਿਆਂ ਦੇ ਅੰਦਰ ਇਤਿਹਾਸਕ ਸਥਾਨਾਂ ਤੇ ਤਖਤਾਂ ਤੇ ਤਿਲਕ ਵੀ ਲਾਉਣ ਲੱਗ ਪਏ, ਟੱਲ ਵੀ ਖੜਕਾਉਣ ਲੱਗ ਪਏ, ਬੱਕਰੇ ਵੀ ਝਟਕਾਉਣ ਲੱਗ ਪਏ। ਕਹਿੰਦੇ ਸ਼ਸਤਰਾਂ ਨੂੰ ਖੂਨ ਲੱਗਦਾ ਜੀ ਰੋਜ਼। ਮੰਦਰ ਨਹੀਂ ਬਣਾ, ਜਿਵੇਂ ਬ੍ਰਾਹਮਣ ਕਹਿੰਦਾ ਸੀ ਨਾ ਵੀ ਸਾਡੇ ਦੇਵਤੇ ਖੁਸ਼ੀ ਤਾਂ ਹੁੰਦੇ ਜੇ ਬਲੀ ਦਈਏ, ਮਨਤਾ ਹੀ ਪੂਰੀ ਤਾਂ ਹੁੰਦੀ ਜੇ ਬਲੀ ਦਈਏ। ਤੇ ਸਾਡੇ ਅੱਜ ਦਾ ਲਾਣਾ ਜਿਹੜਾ ਉਹ ਵੀ ਉਹ ਤੇ ਗੁਰੂ ਆਖਦਾ ਨਾ ਵੀ ਪੂਜਾ ਕੀਚੈ ਨਾਮ ਧਿਆਈਐ। ਪੂਜਾ ਕਰਨੀ ਤੇ ਕੀ ਕਰ? ਨਾਮ ਧਿਆ, ਭਾਵ ਗੁਰੂ ਦੀ ਅਕਲ ਹੈ ਪੂਜਾ। ਤੈਨੂੰ ਸਿੱਖਾ ਫੁੱਲ ਲਿਆਉਣ ਦੀ ਗੁਰੂ ਕੋਲ ਲੋੜ ਨਹੀਂ, ਦੇਸੀ ਘਿਓ ਜੋਤਾਂ ਵਿੱਚ ਸਾੜਨ ਦੀ ਲੋੜ ਨਹੀਂ। ਸਿਆਣੇ ਕਹਿੰਦੇ ਸੀ ਨਾ ਪਹਿਲਾਂ ਵੀ ਬਜ਼ੁਰਗ ਜਿਹੜੇ ਨੇ ਨਾ ਉਹ ਅਜੇ ਵੀ ਕੰਮ ਕਰਦੇ ਨੇ। ਜਦੋਂ ਬਜ਼ੁਰਗ ਕੰਮ ਕਰਦੇ ਨੇ ਨਾ ਜੀ ਘਰ ਦੇ, ਅਜੇ ਵੀ, ਤੇ ਉਹਨਾਂ ਵੱਲ ਵੇਖ ਕੇ ਨੌਜਵਾਨ ਪੁੱਛਦਾ ਵੀ ਬਾਪੂ ਮੇਰੇ ਕੋਲੋਂ ਤੇ ਕੁਝ ਹੁੰਦਾ ਨਹੀਂ, ਮੈਂ ਜਦੋਂ ਕੁਝ ਕਰਦਾ ਸਾਹ ਚੜ੍ਹ ਜਾਂਦਾ, ਪਰ ਬਾਪੂ ਤੈਨੂੰ ਅਜੇ ਸਾਹ ਨਹੀਂ ਚੜ੍ਹਦਾ। ਤੇ ਬਾਪੂ ਕੀ ਕਹਿੰਦਾ ਅੱਗੇ? ਪੁੱਤ ਸਾਡੇ ਸਮਾਂ ਸੀ, ਅਸੀਂ ਨਾ ਜਦੋਂ ਇਕੱਠੇ ਕੰਮ ਕਰਦੇ ਸੀ ਨਾ, ਫਲਾਣਾ ਤੇ ਮੈਂ
ਉਦੋਂ ਅਸੀਂ ਪੀਪਾ ਘਿਓ ਦਾ ਪੀ ਜਾਂਦੇ ਸੀ, ਤੇ ਅੱਜ ਡਾਕਟਰ ਕਹਿੰਦਾ ਵੀ ਭਾਈ ਤੈਨੂੰ ਘਿਓ ਖਾਣਾ ਵਰਜਤ ਹੈ, ਘਿਓ ਨਹੀਂ ਖਾਣਾ। ਕਿਉਂ? ਡਾਕਟਰ ਨੂੰ ਵੀ ਪਤਾ ਵੀ ਇਹਨੇ ਹੱਥ ਪੈਰ ਲਾਉਣੇ ਨਹੀਂ, ਖਾ ਕੇ ਬਹਿਣਾ ਹੀ ਹੈ, ਅਟੈਕ ਕਰਾ ਕੇ ਬੈਠ ਜਾਏਗਾ, ਜ਼ਿੰਦਗੀ ਬਰਬਾਦ ਕਰਕੇ ਬਹਿ ਜਾਏਗਾ, ਖਤਮ ਕਰਕੇ ਬੈਠ, ਇਹਨੇ ਹੱਥ ਨਹੀਂ ਲਾਉਣੇ। ਸਤਿਗੁਰੂ ਗੁਰੂ ਗਰੀਬ ਨਵਾਜ ਦੀ ਬਾਣੀ ਪੜ੍ਹ ਕੇ ਅਕਲ ਆਉਂਦੀ ਹੈ, ਪਤਾ ਲੱਗਦਾ ਬਾਬਾ ਨਾਨਕ ਸਾਹਿਬ ਹੱਥੀਂ ਕਿਰਤ ਕੀਤੀ ਜੇ। ਮਹਾਰਾਜ ਤੁਸੀਂ ਆਪਣੇ ਹੱਥਾਂ ਨਾਲ ਕਰਮ ਕੀਤੇ ਨੇ, ਕੰਮ ਕੀਤੇ ਨੇ। ਤੇ ਉਹ ਬਜ਼ੁਰਗ ਫਿਰ ਦੱਸਦੇ ਨੇ, ਕਹਿੰਦੇ ਪੁੱਤ ਖੁਰਾਕ ਖਾਧੀ, ਅਸੀਂ ਜੋਤਾਂ 'ਚ ਘਿਓ ਨਹੀਂ ਸਾੜਿਆ, ਸਾਨੂੰ ਪੁੱਠਾ ਗੇੜਾ ਦੇਤਾ, ਕਹਿੰਦੇ ਵੀ ਪੂਜਾ ਅਸੀਂ ਜਿੰਨਾ ਘਿਓ ਜੋਤਾਂ ਵਿੱਚ ਸਾੜਦੇ ਆ ਨਾ, ਜੇ ਕਿਤੇ ਉਹਨੇ ਘਿਓ ਦੀ ਮਾਲਿਸ਼ ਆਪਣੇ ਸਿਰ ਵਿੱਚ ਕੀਤੀ ਹੁੰਦੀ ਤੇ ਬੰਦੇ ਨੂੰ ਅਕਲ ਨਾ ਆ ਜਾਂਦੀ। ਪੁਰਾਣੇ ਬਜ਼ੁਰਗ ਅਜੇ ਵੀ ਕਹਿੰਦੇ ਨਾ, ਵੀ ਧੀਏ ਵੀ ਮੇਰੇ ਪੁਰਪੜੀਆਂ ਨਾ ਪੀੜ ਹੁੰਦੀਆਂ, ਪੁਰਪੜੀਆਂ ਪੀੜ ਹੁੰਦੀਆਂ, ਝੱਟ ਨਾ ਥੋੜ੍ਹਾ ਜਿਹਾ ਦੇਸੀ ਘਿਓ ਲੈ ਕੇ ਨਾ, ਪਿੰਡਾਂ ਵਿੱਚ ਅਸੀਂ ਦੇਖਦੇ ਅਜੇ ਵੀ ਮਸਾਜ ਕਰਦੇ ਥੋੜ੍ਹੀ ਜਿਹੀ, ਥੋੜ੍ਹਾ ਸਿਰ ਸਹੀ ਹੋ ਜਾਏਗਾ। ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਹੋ ਗਏ। ਅਸੀਂ ਕਹਿੰਦੇ ਆਹ ਪੂਜਾ ਜੀ ਬਸ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ, ਕਹਿੰਦੇ ਨੇ ਮੇਰਾ ਅੰਦਰਲਾ ਭਰਮ ਜਿਹੜਾ ਸੀ ਨਾ, ਉਹ ਗੁਰੂ ਨੇ ਦੂਰ ਕਰ ਦਿੱਤਾ ਜੀ। ਤੇ ਅਗਲਾ ਬੜਾ ਪਿਆਰਾ ਬਚਨ ਉਹ ਪੜ੍ਹ ਕੇ ਸਮਾਪਤੀ ਕਰੀਏ। ਕਹਿੰਦੇ ਅੰਧਿਆਰੇ ਦੀਪਕ ਆਨ ਜਲਾਏ, ਭਰਮ ਦਾ ਕਰਕੇ, ਅਗਿਆਨਤਾ ਦਾ ਕਰਕੇ ਅੰਦਰ ਹਨੇਰਾ ਸੀ, ਤੇ ਹਨੇਰੇ ਦੇ ਵਿੱਚ ਗੁਰੂ ਨੇ ਸ਼ਬਦ ਗੁਰੂ ਦਾ, ਆਪਣੀ ਅਕਲ ਦਾ ਦੀਵਾ ਜਗਾਤਾ। ਗੁਰੂ ਕੀ ਹੈ? ਚਾਨਣ। ਗੁਰੂ ਕੀ ਹੈ? ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ। ਤੇ ਗੁਰੂ ਨੇ ਕੀ ਕੀਤਾ ਜੀ? ਅੰਦਰ ਬੜਾ ਹਨੇਰਾ ਸੀ, ਕਾਹਦਾ? ਭਰਮਾਂ ਦਾ, ਵਹਿਮਾਂ ਦਾ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਅੰਧਿਆਰੇ ਦੀਪਕ ਆਨ ਜਲਾਏ, ਹਨੇਰੇ ਦੇ ਵਿੱਚ ਕਹਿੰਦੇ ਗੁਰੂ ਨੇ ਦੀਵਾ ਜਗਾਤਾ ਗਿਆਨ ਦਾ। ਤੇ ਕੀ ਹੋਇਆ? ਗੁਰ ਗਿਆਨ ਗੁਰੂ ਲਿਵ ਲਾਗੇ, ਗੁਰੂ ਗਿਆਨ ਦੇ ਵਿੱਚ ਮੇਰੀ ਲਿਵ ਲੱਗ ਗਈ। ਜਦੋਂ ਸ਼ਬਦ ਦਾ ਅੰਦਰ ਪ੍ਰਕਾਸ਼ ਹੋਇਆ ਨਾ ਜੀ, ਸ਼ਬਦ ਨੂੰ ਮੈਂ ਮੰਨ ਲਿਆ, ਤੇ ਪਹਿਲਾਂ ਜਿਹੜੀ ਸ਼ਬਦ ਦੇ ਵਿੱਚ ਲਿਵ ਨਹੀਂ ਸੀ ਨਾ ਲੱਗਦੀ, ਪਹਿਲਾਂ ਬਾਣੀ ਪੜ੍ਹਦਿਆਂ ਅੱਖ ਥੱਕ ਜਾਈਦਾ ਸੀ, ਕੋਈ ਸੋਝੀ ਨਹੀਂ ਸੀ ਰਹਿੰਦੀ ਵੀ ਕੀ ਪੜ੍ਹਿਆ, ਜਪਜੀ ਸਾਹਿਬ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਖਤਮ ਹੋ ਗਿਆ, ਪਤਾ ਹੀ ਨਹੀਂ ਸੀ ਲੱਗਾ। ਕਹਿੰਦੇ ਅੱਜ ਆਰਾਮ ਨਾਲ ਪੜ੍ਹੀਦਾ, ਆਨੰਦ ਨਾਲ। ਹੁਣ ਬਾਣੀ ਨੂੰ ਪੜ੍ਹਨ ਲੱਗਿਆਂ ਕੋਈ ਕਾਹਲੀ ਨਹੀਂ ਮਹਿਸੂਸ ਹੁੰਦੀ ਵੀ ਮੈਂ ਕਾਹਲੀ ਕਰਾਂ, ਮਿੰਟੋ ਮਿੰਟ 5 ਬਾਣੀਆਂ ਦੇ ਪਾਠ ਮੈਂ ਅੱਧੇ ਘੰਟੇ ਜੀ ਕਰਕੇ ਭਰਾ ਮਾਰਾਂ। ਕਹਿੰਦੇ ਨਾ ਨਾ, ਹੁਣ ਜਪਜੀ ਸਾਹਿਬ ਵੀ ਪੜ੍ਹੀਦਾ ਨਾ ਤੇ ਆਨੰਦ ਨਾਲ ਪੜ੍ਹੀਦਾ, ਕਾਹਲੀ ਕੋਈ ਨਹੀਂ। ਅੰਦਰ ਕੀ ਹੋ ਗਿਆ? ਗਿਆਨ ਦਾ ਦੀਵਾ ਜਲ ਗਿਆ। ਮਹਾਰਾਜ ਕਹਿੰਦੇ ਜਦੋਂ ਦੀਵਾ ਜਲੇ ਨਾ, ਕੀ ਹੁੰਦਾ? ਅਗਿਆਨ ਅੰਧੇਰਾ ਬਿਨਸ ਬਿਨਾਸ਼ਿਓ, ਅਗਿਆਨਤਾ ਦਾ ਹਨੇਰਾ ਬਿਨਸ ਜਾਂਦਾ ਹੈ, ਖਤਮ ਹੋ ਜਾਂਦਾ, ਦੂਰ ਹੋ ਜਾਂਦਾ। ਤੇ ਚੇਤਾ ਰੱਖਿਓ ਜਦੋਂ ਦੀਵਾ ਬੁੱਝ ਜਾਏ ਨਾ, ਹਨੇਰਾ ਫੇਰ ਹੋ ਜਾਂਦਾ। ਤੇ ਮਹਾਰਾਜ ਕਹਿੰਦੇ ਚੇਤਾ ਰੱਖਿਓ ਦੀਵਾ ਬੁਝਣੀ ਨਾ ਦਿਓ। ਅੰਦਰ ਗਿਆਨ ਦਾ ਦੀਵਾ, ਭਾਵ ਗਿਆਨ ਵੱਲੋਂ ਆਪਣਾ ਮੁਖ ਦੂਰ ਨਾ ਕਰੋ। ਆਪਣੇ ਬ੍ਰੇਨ ਨੂੰ, ਆਪਣੇ ਦਿਮਾਗ ਨੂੰ ਸਦਾ ਗੁਰਬਾਣੀ ਦੀ ਦੁਆਰਾ ਵਰਤੋ। ਇਹਨੂੰ ਵਰਤਦੇ ਰਹੋ, ਇਹ ਜਾਮ ਨਾ ਹੋ ਜਾਏ, ਇਹਨੂੰ ਜੰਗ ਨਾ ਲੱਗ ਜਾਏ। ਕਹਿੰਦੇ ਵਰਤੋ ਜਿੰਨਾ ਵਰਤ ਸਕਦੇ ਹੋ, ਰੱਬ ਨੇ ਸਭਨਾਂ ਨੂੰ ਇੱਕੋ ਜਿਹਾ ਦਿੱਤਾ। ਬੰਦੇ ਅੱਜ ਧਰਮ ਦੇ ਨਾਂ ਤੇ ਸਾਡੀਆਂ ਖੋਪੜੀਆਂ ਨੂੰ ਸਵਾਰ ਰਹੇ ਨੇ ਜੀ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜ ਕੇ, ਵਿਚਾਰ ਨਾਲੋਂ ਤੋੜ ਕੇ, ਤੇ ਅਲੱਗ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮਰਿਆਦਾ ਬਣਾ ਕੇ ਤੇ ਉਹਨਾਂ ਪੂਜਾ ਵਿੱਚ ਧੱਕ ਦਿੱਤਾ ਸਾਨੂੰ।
ਅਸਲ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ ਹੈ, ਕਿਸੇ ਬੰਦੇ ਦੀ ਬਣਾਈ ਹੋਈ ਨਹੀਂ ਹੈ। ਸਭ ਤੋਂ ਉੱਚੀ ਮਰਿਆਦਾ, ਸਰਬ ਉੱਚ ਮਰਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਤੇ ਮਹਾਰਾਜ ਕੋਲੋਂ ਪੁੱਛ ਲਈਏ ਨਾ ਅਸੀਂ, ਸਤਿਗੁਰੂ ਤੁਸੀਂ ਸਾਨੂੰ ਦੱਸੋ ਵੀ ਅਸੀਂ ਤੁਹਾਨੂੰ ਮੰਨੀਏ ਕਿਵੇਂ? ਮੈਂ ਕਿਸੇ ਦੀ ਰੀਸ ਕਿਉਂ ਕਰਾਂ, ਮੈਂ ਕਿਸੇ ਕੋਲੋਂ ਕਿਉਂ ਪੁੱਛਾਂ? ਆਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੀ ਹੈ। ਮਹਾਰਾਜ ਕਹਿੰਦੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ। ਜਦੋਂ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਤੇ ਅੰਦਰੋਂ ਲੱਭਾ ਕੁਝ। ਗੱਲ ਆਪਾਂ ਸ਼ਬਦ ਦੇ ਦੁਆਰਾ ਸ਼ੁਰੂ ਕੀਤੀ ਸੀ, ਵਸੇ ਹੋਏ ਰੱਬ ਦੀ ਸਾਨੂੰ ਦਿਸਦਾ ਕਿਉਂ ਨਹੀਂ ਹੈ? ਦਿਸੇਗਾ ਤਾਂ ਜਦੋਂ ਅੰਦਰ ਚਾਨਣ ਹੋਵੇ। ਅਜੇ ਤੇ ਮੈਂ ਭਰਮਾਂ ਦੇ ਚੱਕਰ ਵਿੱਚ ਫਸਿਆ ਹੋਇਆ ਤੇ ਰੱਬ ਲੱਭੇ ਕਿੱਥੋਂ? ਰੱਬ ਦਿਸੇ ਕਿਵੇਂ? ਗੁਰੂ ਰਾਮਦਾਸ ਸਾਹਿਬ ਦੱਸਦੇ, ਕਹਿੰਦੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਘਰ ਵਸਤ ਲਹੀ ਮਨ ਜਾਗੇ। ਕਹਿੰਦੇ ਅੰਦਰ ਘਰ ਵਿੱਚ ਜਿਹੜੀ ਅਸਲੀ ਵਸਤੂ ਸੀ ਨਾ, ਰੱਬ ਗਿਆਨ, ਰੱਬ ਦੇ ਗੁਣ, ਕਹਿੰਦੇ ਅੱਜ ਉਹ ਲੱਭ ਗਈ ਤੇ ਮਨ ਜਾਗ ਗਿਆ। ਮਨ ਜਾਗ ਗਿਆ। ਪਹਿਲਾਂ ਘੁੱਪ ਹਨੇਰੇ ਦੇ ਵਿੱਚ ਸੀ ਤੇ ਮੇਰੇ ਅੰਦਰ ਫੁਰਨੇ ਜਿਹੜੇ ਫੁਰਦੇ ਸੀ ਨਾ ਮਨ ਕਰਕੇ, ਉਹਨਾਂ ਦਾ ਵੀ ਪਤਾ ਨਹੀਂ ਸੀ ਲੱਗਦਾ। ਅਗਿਆਨਤਾ ਵਾਲੇ ਫੁਰਨੇ, ਮਨ ਵੀ ਪੁੱਠੇ ਪਾਸੇ ਜਾਂਦਾ ਸੀ। ਅੱਜ ਜਦੋਂ ਗੁਰੂ ਸ਼ਬਦ ਦਾ ਦੀਵਾ ਅੰਦਰ ਜਲਿਆ, ਚਾਨਣ ਹੋ ਗਿਆ, ਕਹਿੰਦੇ ਅੰਦਰ ਜਿਹੜੀ ਅਸਲੀ ਵਸਤੂ ਸੀ ਉਹ ਲੱਭ ਗਈ ਹੈ। ਤੇ ਬਾਬਾ ਕਬੀਰ ਸਾਹਿਬ ਵੀ ਇਹੀ ਕਹਿੰਦੇ ਨੇ, ਅੰਧਿਆਰੇ ਦੀਪਕ ਚਾਹੀਏ। ਹਨੇਰੇ ਦੇ ਵਿੱਚ ਇੱਕ ਦੀਵੇ ਦੀ ਲੋੜ ਹੈ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਏ। ਕਹਿੰਦੇ ਅੰਦਰ ਇੱਕ ਵਸਤੂ ਜਿਹੜੀ ਹੈ ਉਹ ਤਾਂ ਲੱਭ ਸਕਦੀ ਹੈ ਜੇ ਅੰਦਰ ਗਿਆਨ ਦਾ ਦੀਵਾ ਜਲ ਜਾਏ। ਤੇ ਗੁਰੂ ਨੇ ਤੇ ਇਹ ਵੀ ਦੱਸਿਆ, ਕਹਿੰਦੇ ਦੀਵਾ ਕਿਹੜਾ ਜਗਾਵਾਂ ਮੈਂ? ਮਹਾਰਾਜ ਕਹਿੰਦੇ ਦੀਵਾ ਮੇਰਾ ਏਕ ਨਾਮ। ਗੁਰੂ ਦੀ ਜਾਤ ਦਾ, ਗੁਰੂ ਦੇ ਗਿਆਨ ਦਾ, ਗੁਰੂ ਦੇ ਗੁਣਾਂ ਦਾ ਦੀਵਾ ਅੰਦਰ ਇੱਕ। ਸਤਿਗੁਰੂ ਸੱਚੇ ਪਾਤਸ਼ਾਹ ਅਖੀਰ ਆਖਦੇ, ਸਾਕਤ ਬਦਕ ਮਾਇਆ ਧਾਰੀ। ਜਿਹੜਾ ਮਨਮੁਖ ਬੰਦਾ ਹੈ ਬੜਾ ਨਿਰਦਈ ਹੁੰਦਾ ਤੇ ਮਾਇਆ ਧਾਰੀ, ਸਦਾ ਸੰਸਾਰਿਕ ਵਸਤੂਆਂ ਵਿੱਚ ਫਸਿਆ ਰਹਿੰਦਾ, ਆਪਣੀ ਸ਼ੋਭਾ ਹੀ ਵਧਾਉਂਦਾ ਰਹਿੰਦਾ। ਤਿੰਨ ਜਮ ਜੋਹਣ ਲਾਗੇ। ਤੇ ਐਸੇ ਸਾਕਤ ਬੰਦੇ ਨੂੰ ਵਿਕਾਰ ਆ ਕੇ, ਜਮ ਵਿਕਾਰ ਰੂਪੀ ਜਮ ਆ ਕੇ ਘੁੱਟ ਲੈਂਦੇ ਨੇ ਤੇ ਉਹਦੀ ਜਾਗ ਕਦੇ ਨਹੀਂ ਖੁੱਲਦੀ। ਤੇ ਮਹਾਰਾਜ ਕਹਿੰਦੇ, ਉਨ ਸਤਿਗੁਰ ਆਗੇ ਸੀਸ ਨਾ ਵੇਚਿਆ। ਮਨਮੁਖ ਬੰਦਾ ਆਪਣੇ ਆਪ ਨੂੰ ਗੁਰੂ ਅੱਗੇ ਕਦੇ ਨਹੀਂ ਵੇਚੇਗਾ। ਸ਼ੁਰੂ 'ਚ ਬਾਬੇ ਨੇ ਆਖਿਆ ਵੀ ਮੈਂ ਆਪਣਾ ਆਪ ਹਰ ਹਰ ਅਰਥ ਸਰੀਰ ਹਮ ਵੇਚਿਆ। ਮੈਂ ਗੁਰੂ ਦੇ ਵਾਸਤੇ ਆਪਣਾ ਆਪ ਵੇਚ ਦਿੱਤਾ, ਗੁਰੂ ਅੱਗੇ ਰੱਖ ਦਿੱਤਾ। ਪਰ ਜਿਹੜਾ ਸਾਕਤ ਬੰਦਾ ਹੁੰਦਾ ਨਾ, ਉਹਨ ਸਤਿਗੁਰ ਆਗੇ ਸੀਸ ਨਾ ਵੇਚਿਆ। ਉਹ ਆਪਣਾ ਸਿਰ ਵੀ ਗੁਰੂ ਅੱਗੇ ਨਹੀਂ ਰੱਖਦਾ, ਨਹੀਂ ਵੇਚਦਾ, ਕਿਉਂਕਿ ਉਹ ਗੁਰੂ ਦੁਆਰਾ ਆਪਣੇ ਸਿਰ ਨੂੰ ਵਰਤਣਾ ਨਹੀਂ ਚਾਹੁੰਦਾ। ਸੀਸ ਨਾ ਵੇਚਿਆ ਦਾ ਅਰਥ ਹੈ ਵੀ ਗੁਰੂ ਦੇ ਦੁਆਰਾ ਚੱਲਣਾ ਨਹੀਂ ਚਾਹੁੰਦਾ। ਇਹ ਥੋੜੀ ਵੀ ਸੀਸ ਕੱਟ ਕੇ ਤੇ ਮੈਂ ਗੁਰੂ ਅੱਗੇ ਰੱਖ ਦੇਣਾ। ਮਤਲਬ ਇਹ ਹੈ, ਸੀਸ ਨਾ ਵੇਚਿਆ ਦਾ ਅਰਥ ਕੀ ਹੈ ਵੀ ਮੈਂ ਗੁਰੂ ਦੁਆਰਾ ਚੱਲਣਾ ਨਹੀਂ ਚਾਹੁੰਦਾ। ਮੈਂ ਤੇ ਗੁਰੂ ਨੂੰ ਵੀ ਖਰੀਦਦਾ। ਗੁਰੂ ਜੀ ਤੁਹਾਨੂੰ ਮੈਂ ਖਰੀਦਦਾ ਇੰਨਾ ਸੋਹਣਾ ਰੁਮਾਲਾ ਦੇ ਕੇ, ਮਾਫ ਕਰਿਆ ਜੀ। ਸਿੱਖ ਗੁਰੂ ਦੇ ਘਰ ਲੰਗਰ ਲਾ ਕੇ ਨਾ ਤੇ ਚੌਧਰ ਆਪਣੀ ਖੱਟ ਦਾ ਗੁਰੂ ਨੂੰ ਵੇਚਦਾ, ਗੁਰੂ ਦੀ ਸੇਵਾ ਨੂੰ ਵੀ ਫਲਾਣਾ ਕਹੇ ਵੀ ਪਤਾ ਲੱਗੇ ਵੀ ਫਲਾਣਿਆਂ ਨੇ ਇਦਾਂ ਕੀਤਾ। ਵੇਚਦਾ, ਗੁਰੂ ਦੀ ਸੇਵਾ ਨੂੰ ਵੀ ਵੇਚਦਾ,
ਗੁਰੂ ਨੂੰ ਵੀ ਵੇਚਦਾ ਤੇ ਫਿਰ ਕਹਿੰਦਾ ਸੇਖੀ ਮੈਂ ਆ, ਆਖੋ ਸਤਨਾਮ। ਫਿਰ ਆਖਦਾ ਵੀ ਸੇਖੀ ਮੈਂ ਆ। ਮੇਰੇ ਮਾਲਕ ਆਖਦੇ ਨੇ ਜਿਹੜਾ ਸਾਕਤ ਬੰਦਾ ਉਹ ਆਪਣੇ ਸਿਰ ਨੂੰ ਗੁਰੂ ਦੁਆਰਾ ਵਰਤਣਾ ਨਹੀਂ ਚਾਹੁੰਦਾ ਜੀ। ਅੱਗੇ ਕਹਿੰਦੇ ਓਏ ਆ ਮੈਂ ਜਾਏ ਅਭਾਗੇ, ਇਹੋ ਜਿਹਾ ਅਭਾਗਾ ਬੰਦਾ, ਹਾਰਿਆ ਹੋਇਆ ਬੰਦਾ, ਸਾਕਤ ਮਨ ਮੁਖ ਬੰਦਾ, ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ। ਜਨਮ ਮਰਨ ਭਾਵ ਕੀ ਹੈ? ਜਨਮ ਮਰਨ ਦਾ ਅਰਥ ਕੀ ਹੈ? ਵੀ ਜਿਉਂਦਾ ਹੋਇਆ ਕਦੀ ਕਿਸੇ ਜੂਨ ਵਿੱਚ ਪੈਂਦਾ ਸੁਭਾਅ ਕਰਕੇ, ਕਦੀ ਕਿਸੇ ਜੂਨ ਵਿੱਚ ਜ਼ਮੀਰ ਕਰਕੇ ਕਦੀ ਮਰ ਜਾਂਦਾ, ਕਦੀ ਜਾਗ ਜਾਂਦਾ। ਕਹਿੰਦੇ ਬਸ ਇਦਾਂ ਹੀ ਹੈ। ਕਈ ਵਾਰ ਦਿਨ ਵਿੱਚ ਮਰਦਾ ਤੇ ਕਈ ਵਾਰ ਜਿਉਂਦਾ। ਆਓ ਸਤਿਗੁਰੂ ਅਖੀਰ ਕਹਿੰਦੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ। ਹੇ ਮੇਰੇ ਰੱਬ ਜੀ, ਮੇਰੇ ਸਤਿਗੁਰੂ ਜੀ, ਮੇਰੀ ਇੱਕ ਬੇਨਤੀ ਨੂੰ ਤੁਸੀਂ ਕਿਰਪਾ ਕਰਕੇ ਸੁਣੋ। ਹਮ ਸ਼ਰਨ ਪ੍ਰਭੂ ਹਰ ਮੰਗੇ। ਹੇ ਪ੍ਰਭੂ ਮੈਂ ਤੇ ਤੇਰੀ ਸ਼ਰਨ ਮੰਗਦਾ। ਮੈਂ ਨਹੀਂ ਸਾਕਤ ਬਣਨਾ ਚਾਹੁੰਦਾ ਵੀ ਸਦਾ ਹੀ ਮਰਦਾ ਰਹਾਂ। ਕਹਿੰਦੇ ਨਹੀਂ, ਮੈਂ ਤੇਰੀ ਸ਼ਰਨ ਮੰਗਦਾ ਵੀ ਸਦਾ ਤੇਰੀ ਸਤ ਸੰਗਤ ਮਿਲਦੀ ਰਹੇ, ਸਦਾ ਮੈਂ ਤੇਰੀ ਅਕਲ ਲੈ ਕੇ ਚੱਲਦਾ ਰਹਾਂ, ਸਦਾ ਤੇਰੇ ਗਿਆਨ ਨੂੰ ਲੈ ਕੇ ਆਪਣੇ ਅੰਦਰ ਦੀਵਾ ਜਗਾਉਂਦਾ ਰਹਾਂ ਤੇ ਮੈਂ ਚਾਨਣ ਨਾਲ ਰਹਾਂ। ਤੇ ਅਖੀਰ ਬਾਬਾ ਜੀ ਆਖਦੇ ਜਨ ਨਾਨਕ ਕੀ ਲਜ ਪਾਤ ਗੁਰੂ ਹੈ। ਨਾਨਕ ਦਾਸ ਜੀ ਤਾਂ ਲਾਜ ਪਤ ਗੁਰੂ ਹੈ। ਤੇ ਜਦੋਂ ਗੁਰੂ ਨੂੰ ਮੰਨ ਕੇ ਚੱਲਾਂਗੇ ਨਾ ਜੀ, ਤੇ ਗੁਰੂ ਆਪਣਾ ਬਿਰਧ ਰੱਖਦਾ ਹੋਇਆ ਸਾਨੂੰ ਵਡਿਆਈ ਬਖਸ਼ੇਗਾ। ਕਿਉਂ ਬਖਸ਼ੇਗਾ? ਕਿਉਂਕਿ ਮੈਂ ਗੁਰੂ ਦੁਆਰਾ ਚੱਲਦਾ, ਆਪਣੀ ਮਿੱਟੀ ਪਲੀਤ ਨਹੀਂ ਕਰਾਉਂਦਾ ਹੋਣਾ। ਗੁਰੂ ਦਾ ਖਿਆਲ ਹੈ। ਮਾਂ ਕਹਿੰਦੀ ਹੈ ਨਾ ਪੁੱਤ, ਆਪਣੇ ਦਾਦੇ ਦੀ ਚਿੱਟੀ ਪੱਗ ਨੂੰ ਦਾਗ ਨਾ ਲੱਗਣ ਦਿਓ। ਹੁਣ ਦਾਦੇ ਵੱਲ ਖਿਆਲ ਹੈ, ਸਾਹਿਬਜ਼ਾਦਿਆਂ ਦਾ ਖਿਆਲ ਹੈ ਨਾ, ਗੁਰੂ ਵੱਲ ਖਿਆਲ ਹੈ। ਤੇ ਜਦੋਂ ਸਿੱਖ ਦਾ ਗੁਰੂ ਵੱਲ ਖਿਆਲ ਹੋਏਗਾ, ਗੁਰੂ ਦੇ ਸਿਧਾਂਤ ਨੂੰ, ਗੁਰੂ ਦੀ ਮਰਿਆਦਾ ਨੂੰ ਕਦੇ ਦਾਗ ਨਹੀਂ ਲੱਗਣ ਦੇਗਾ। ਅਜੇ ਤੇ ਸਾਡਾ ਆਪਸ ਵਿੱਚ ਇੱਕ ਦੂਜੇ ਧੜੇਬੰਦੀ ਵੱਲ ਖਿਆਲ ਹੈ। ਧੜੇਬੰਦੀ ਦਾ ਕਰਕੇ ਬੰਦਾ ਇੱਕ ਦੂਜੇ ਦਾ ਹੀ ਵਿਰੋਧ ਕਰੀ ਜਾ ਰਿਹਾ ਜੀ। ਸਿੱਖ ਦਾ ਹੀ ਪ੍ਰਚਾਰਕ ਦਾ ਵਿਰੋਧ ਕਰੀ ਜਾ ਰਿਹਾ। ਚੱਲ ਰਹੀਆਂ ਨਾ ਡਿਬੇਟਾਂ ਚੈਨਲਾਂ ਦੇ ਉੱਪਰ। ਉਹ ਕਹਿੰਦਾ ਮੈਂ ਸਹੀ ਹੋ। ਕਿਉਂ? ਦੋਵੇਂ ਹੀ ਗੁਰੂ ਨਾਲੋਂ ਟੁੱਟੇ। ਜਦੋਂ ਗੁਰੂ ਦੇ ਸਿਧਾਂਤ ਵੱਲ, ਗੁਰੂ ਦੇ ਫਲਸਫੇ ਵੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਸਿੱਖ ਦਾ ਧਿਆਨ ਹੋਏਗਾ, ਉਹ ਮਰਿਆਦਾ ਵੀ ਮੰਨ ਲਏਗਾ ਅਕਾਲ ਤਖਤ ਸਾਹਿਬ ਦੀ। ਉਹ ਗੁਰੂ ਦੀ ਪੂਜਾ ਕਰਨੀ ਵੀ ਸਿੱਖ ਜਾਏਗਾ। ਫਿਰ ਉਹਨੂੰ ਦੱਸਣ ਦੀ ਲੋੜ ਨਹੀਂ ਪੈਣੀ ਸਿੱਖ ਨੂੰ ਵੀ ਭਾਈ ਤੈਨੂੰ ਇੱਦਾਂ ਕਰਨਾ ਚਾਹੀਦਾ, ਤੈਨੂੰ ਨਾ ਮੰਨ ਰਿਹਾ। ਉਹ ਨਾਨਕ ਜਨ ਨਾਨਕ ਕੀ ਲਜ ਪਾਤ ਗੁਰੂ ਹੈ, ਸਿਰ ਵੇਚਿਓ ਸਤਿਗੁਰੂ ਅੱਗੇ। ਫਿਰ ਉਹ ਆਪਣਾ ਸਿਰ ਗੁਰੂ ਅੱਗੇ ਵੇਚ ਦਿੰਦਾ, ਭਾਵ ਆਪਣੇ ਸਿਰ ਨੂੰ ਗੁਰੂ ਦੇ ਦੁਆਰਾ ਚਲਾ ਲੈਂਦਾ ਹੈ। ਫਿਰ ਹੋ ਜਾਂਦੇ ਨੇ ਜੀ ਲੋਕ ਮੇਲੇ ਹੋਈਆਂ ਭੁੱਲਾਂ ਦੀ ਖਿਮਾ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ।